ਇਕਰਸ ਦਾ ਪਤਨ। ਰਾਜੇ ਮਾਈਨੋਸ ਦੇ ਸਮੇਂ ਦੌਰਾਨ ਕ੍ਰੀਟ ਦੇ ਟਾਪੂ ਉੱਤੇ ਇੱਕ ਆਦਮੀ ਜਿਸ ਦਾ ਨਾਮ ਡੇਡਲਸ ਅਤੇ ਉਸ ਦਾ ਪੁੱਤਰ ਇਕਰਸ ਰਹਿੰਦੇ ਸਨ। ਇੱਕ ਖਾਸ ਪ੍ਰਤਿਭਾ ਨੂੰ ਛੱਡ ਕੇ ਡੇਡਲਸ ਸਿਰਫ ਇੱਕ ਆਮ ਆਦਮੀ ਸੀ। ਉਹ ਅਜੀਬ ਅਤੇ ਸ਼ਾਨਦਾਰ ਯੰਤਰਿਕ ਰਚਨਾਵਾਂ ਦਾ ਖੋਜ ਕਰਤਾ ਸੀ। ਇੱਕ ਛੋਟਾ ਯੰਤਰਿਕ ਪੰਛੀ ਜਿਹੜਾ ਸੂਰਜ ਚੜ੍ਹਨ ਨਾਲ ਚਹਿਕਦਾ ਸੀ, ਡੇਡਲਸ ਵੱਲੋਂ ਨਵਜੰਮੀ ਰਾਜਕੁਮਾਰੀ ਨੂੰ ਉਸਦੇ ਜਨਮ ਦਾ ਜਸ਼ਨ ਮਨਾਉਣ ਲਈ ਦਿੱਤਾ ਗਿਆ, ਜੋ ਕਿ ਦੇਸ਼ ਵਿੱਚ ਹਰ ਕਿਸੇ ਦੀਆਂ ਗੱਲਾਂ ਦਾ ਹਿੱਸਾ ਬਣਿਆ। ਰਾਜੇ ਮਾਈਨੋਸ ਨੇ ਡੇਡਲਸ ਕੋਲ ਇਹ ਪੁੱਛਣ ਲਈ ਪਹੁੰਚ ਕੀਤੀ ਕਿ ਕੀ ਉਹ ਸ਼ਾਇਦ ਘੱਟ ਸੁੰਦਰ ਪਰ ਵਧੇਰੇ ਲਾਭਦਾਇਕ ਚੀਜ਼ਾਂ ਦਾ ਆਵਿਸ਼ਕਾਰ ਕਰ ਸਕਦਾ ਹੈ। ਕੁਝ ਮਹੀਨਿਆਂ ਬਾਅਦ ਡੇਡਲਸ ਨੇ ਮਾਈਨੋਟੌਰ, ਅੱਧੇ ਮਨੁੱਖ ਅਤੇ ਅੱਧੇ ਬਲਦ ਦੇ ਸਰੀਰ ਵਾਲੇ ਕੈਦੀ ਨੂੰ ਫੜਨ ਲਈ ਇੱਕ ਭੁੱਲ ਭੁਲੱਈਆ ਦੀ ਤਰਕੀਬ ਨੂੰ ਪੇਸ਼ ਕੀਤਾ। ਰਾਜਾ ਮਾਈਨੋਸ ਖੁਸ਼ ਹੋਇਆ। ਕਿੰਨਾ ਬਿਹਤਰ ਹੋਵੇਗਾ ਜੇਕਰ ਡੇਡਲਸ ਸਿਰਫ ਉਸ ਲਈ ਕੰਮ ਕਰੇ। ਉਸਨੇ ਆਪਣੇ ਸ਼ਾਹੀ ਪਹਿਰੇਦਾਰਾਂ ਨੂੰ ਕਿਹਾ ਕਿ ਡੇਡਲਸ ਅਤੇ ਉਸਦੇ ਪੁੱਤਰ ਇਕਰਸ ਨੂੰ ਲੈ ਜਾਓ ਅਤੇ ਉਹਨਾਂ ਨੂੰ ਸਮੁੰਦਰ ਤੋਂ ਉੱਚੀ ਗੁਫਾ ਵਿੱਚ ਬੰਦ ਕਰ ਦਿਓ। ਗੁਫਾ ਦੇ ਸਿਰਫ 2 ਪ੍ਰਵੇਸ਼ ਦੁਆਰ ਸਨ। ਇੱਕ ਪ੍ਰਵੇਸ਼ ਦੁਆਰ ਭੁੱਲ ਭੁਲੱਈਆ ਜਿਸ ਦੀ ਰਾਜੇ ਦੇ ਸਿਪਾਹੀਆਂ ਦੁਆਰਾ ਪਹਿਰੇਦਾਰੀ ਕੀਤੀ ਜਾਂਦੀ ਸੀ, ਅਤੇ ਦੂਸਰਾ ਪ੍ਰਵੇਸ਼ ਦੁਆਰ ਇੱਕ ਚੱਟਾਨ ਦੇ ਕਿਨਾਰੇ ਸਮੁੰਦਰ ਦੇ ਉੱਪਰ ਦਿਖਾਈ ਦਿੰਦਾ ਸੀ। ਪਹਿਲਾਂ ਡੇਡਲਸ ਨੂੰ ਆਪਣੀ ਕੈਦ ਦਾ ਇਤਰਾਜ਼ ਨਹੀਂ ਸੀ। ਜੋ ਵੀ ਡੇਡਲਸ ਨੂੰ ਚਾਹੀਦਾ ਸੀ, ਰਾਜਾ ਮਾਈਨੋਸ ਬਿਨਾਂ ਕਿਸੇ ਪ੍ਰਸ਼ਨ ਦੇ ਪ੍ਰਦਾਨ ਕਰਦਾ। ਭੋਜਨ, ਪਾਣੀ, ਸਾਰੇ ਆਕਾਰ ਦੇ ਸੰਦ, ਦੁਰਲੱਭ ਧਾਤਾਂ, ਚਮੜਾ, ਚਰਮ ਪੱਤਰ ਅਤੇ ਮੋਮਬੱਤੀਆਂ ਵੀ, ਤਾਂ ਜੋ ਉਹ ਦੇਰ ਰਾਤ ਕੰਮ ਕਰ ਸਕੇ। ਡੇਡਲਸ ਨੇ ਖੁਸ਼ੀ ਨਾਲ ਬਹੁਤ ਸਾਰੇ ਸਾਲ ਦੂਰ ਕੰਮ ਕਰਦਿਆਂ ਨਾ ਮੁੱਕਣ ਵਾਲੀਆਂ ਸ਼ਾਨਦਾਰ ਰਚਨਾਵਾਂ ਨੂੰ ਬਣਾਉਂਦਿਆਂ ਬਿਤਾਏ, ਅਤੇ ਇਕਰਸ ਕਦੇ ਕਦੇ ਅੱਕਦਾ। ਆਪਣੇ ਪਿਤਾ ਦੀ ਮਦਦ ਕਰਕੇ ਅਤੇ ਯੰਤਰਿਕ ਖਿਡੌਣੇ ਜੋ ਕਿ ਡੇਡਲਸ ਨੇ ਉਸਦੇ ਲਈ ਬਣਾਏ ਸੀ ਨਾਲ ਖੇਡ ਕੇ ਬਹੁਤ ਖੁਸ਼ ਸੀ। ਇਹ ਇਕਰਸ ਦੇ 16ਵੇਂ ਜਨਮ ਦਿਨ ਤੱਕ ਨਹੀਂ ਸੀ, ਜਦੋਂ ਉਹ ਕੈਦ ਵਿੱਚ ਰਹਿ ਕੇ ਥੱਕ ਚੁੱਕਾ ਸੀ। ਉਹ ਗੁੱਸੇ ਵਿੱਚ ਆਇਆ। ਪਿਤਾ ਜੀ, ਮੈਨੂੰ ਸਾਹਸ ਚਾਹੀਦਾ ਹੈ। ਮੈਂ ਇੱਕ ਲੜਕੀ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਇੱਕ ਆਪਣਾ ਖੁਦ ਦਾ ਬੇਟਾ ਲੈਣਾ ਚਾਹੁੰਦਾ ਹਾਂ। ਮੈਨੂੰ ਸਮੁੰਦਰ ਦੇ ਪਾਰ ਇਸ ਇਕੱਲੀ ਗੁਫਾ ਵਿੱਚ ਮੇਰੇ ਨਾਲ ਆਉਣ ਅਤੇ ਰਹਿਣ ਲਈ ਕੋਈ ਪਤਨੀ ਨਹੀਂ ਮਿਲੇਗੀ। ਮੈਂ ਇਸ ਗੁਫਾ ਨੂੰ ਨਫ਼ਰਤ ਕਰਦਾ ਹਾਂ। ਮੈਂ ਰਾਜੇ ਨੂੰ ਨਫ਼ਰਤ ਕਰਦਾ ਹਾਂ ਅਤੇ ਮੈਂ ਤੁਹਾਨੂੰ ਨਫ਼ਰਤ ਕਰਦਾ ਹਾਂ। ਇਕਰਸ ਨੇ ਬਾਅਦ ਵਿੱਚ ਆਪਣੇ ਪਿਤਾ ਕੋਲੋਂ ਇਸ ਸਭ ਲਈ ਮਾਫ਼ੀ ਜ਼ਰੂਰ ਮੰਗੀ, ਪਰ ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਹੁਣ ਗੁਫਾ ਵਿੱਚ ਠਹਿਰਨ ਲਈ ਹੋਰ ਨਹੀਂ ਖੜ ਸਕਦਾ। ਅਗਲੀ ਵਾਰ ਰਾਜਾ ਮਾਈਨੋਸ ਆਇਆ। ਡੇਡਲਸ ਘਬਰਾ ਕੇ ਉਸ ਕੋਲ ਗਿਆ। ਤੁਹਾਡੀ ਮਹਿਮਾ, ਤੁਹਾਨੂੰ ਜ਼ਰੂਰ ਦੇਖਣਾ ਪਏਗਾ ਕਿ ਇਕਰਸ ਹੁਣ ਇੱਕ ਜਵਾਨ ਆਦਮੀ ਬਣ ਰਿਹਾ ਹੈ। ਤੁਸੀਂ ਉਸਨੂੰ ਉਸਦੀ ਸਾਰੀ ਜ਼ਿੰਦਗੀ ਲਈ ਬੰਦ ਰੱਖਣ ਦੀ ਯੋਜਨਾ ਨਹੀਂ ਬਣਾ ਸਕਦੇ। ਕਿਰਪਾ ਕਰਕੇ ਮਹਾਰਾਜ, ਉਹ ਤੁਹਾਡੇ ਸ਼ਾਹੀ ਪਹਿਰੇ ਵਿੱਚ ਸ਼ਾਮਿਲ ਹੋ ਜਾਵੇ ਅਤੇ ਤੁਹਾਡੀ ਸੇਵਾ ਵਿੱਚ ਜ਼ਿੰਦਗੀ ਲੱਭੇ। ਰਾਜੇ ਨੇ ਇੱਕ ਭਰਵੱਟਾ ਉੱਪਰ ਚੁੱਕਿਆ ਅਤੇ ਗੁਫਾ ਦੇ ਦੁਆਰ ਵੱਲ ਧਿਆਨ ਨਾਲ ਸੋਚਦੇ ਹੋਏ ਦੇਖਿਆ। ਮੈਂ ਤੁਹਾਡੀ ਬੇਨਤੀ 'ਤੇ ਵਿਚਾਰ ਕਰਾਂਗਾ। ਹੁਣ ਜੇ ਤੁਸੀਂ ਕਿਰਪਾ ਕਰੋ ਮੈਨੂੰ ਯੰਤਰਿਕ ਆਦਮੀ ਵਾਲੀ ਆਪਣਾ ਵਿਚਾਰ ਦੁਬਾਰਾ ਦਿਖਾਓ। ਰਾਜੇ ਨੂੰ ਸੱਚਮੁੱਚ ਇਸ ਬਾਰੇ ਬਹੁਤ ਲੰਬਾ ਨਹੀਂ ਸੋਚਣਾ ਪਿਆ। ਉਹ ਉਸੇ ਵੇਲੇ ਜਾਣਦਾ ਸੀ ਕਿ ਉਹ ਡੇਡਲਸ ਜਾਂ ਇਕਰਸ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ। ਕੌਣ ਜਾਣ ਸਕਦਾ ਸੀ ਕਿ ਇਕਰਸ ਕੋਲ ਉਸਦੇ ਪਿਤਾ ਦੀਆਂ ਪ੍ਰਤਿਭਾਵਾਂ ਹਨ। ਇਕਰਸ ਸਾਰੀ ਜ਼ਿੰਦਗੀ ਆਪਣੇ ਪਿਤਾ ਨੂੰ ਦੇਖਦਾ ਅਤੇ ਸਿੱਖਦਾ ਰਿਹਾ ਹੈ। ਕੁਝ ਹਫ਼ਤਿਆਂ ਬਾਅਦ ਰਾਜਾ ਮਾਈਨੋਸ ਆਪਣਾ ਜਵਾਬ ਲੈ ਕੇ ਡੇਡਲਸ ਕੋਲ ਵਾਪਸ ਪਰਤਿਆ। ਇਕਰਸ ਨੇ ਇੱਥੇ ਤੁਹਾਡੇ ਕੋਲ ਰਹਿ ਕੇ ਸਾਡੇ ਖੇਤਰ ਲਈ ਸਭ ਤੋਂ ਵੱਡੀ ਸੇਵਾ ਪ੍ਰਦਾਨ ਕੀਤੀ। ਪਰ ਮਹਾਰਾਜ, ਡੇਡਲਸ ਸ਼ੁਰੂ ਹੋਇਆ। ਬਸ, ਰਾਜਾ ਮਾਈਨੋਸ ਗਰਜਿਆ। ਫੈਸਲਾ ਕੀਤਾ ਜਾ ਚੁੱਕਾ ਹੈ। ਡੇਡਲਸ ਇਕਰਸ ਨੂੰ ਸਮਝਾਉਣ ਲਈ ਮੁੜਿਆ ਕਿ ਉੱਥੇ ਕੁਝ ਵੀ ਨਹੀਂ ਕੀਤਾ ਗਿਆ, ਪਰ ਜਦੋਂ ਉਸਨੇ ਆਪਣੇ ਬੇਟੇ ਦੇ ਚਿਹਰੇ 'ਤੇ ਨਿਰਾਸ਼ਾ ਦੀ ਨਜ਼ਰ ਦੇਖੀ ਤਾਂ ਡੇਡਲਸ ਦਾ ਦਿਲ ਟੁੱਟ ਗਿਆ ਅਤੇ ਉਸਨੇ ਕਸਮ ਖਾਧੀ ਕਿ ਉਹ ਆਪਣੇ ਲੜਕੇ ਨੂੰ ਫਿਰ ਖੁਸ਼ ਕਰਨ ਲਈ ਜੋ ਉਸਦੀ ਸ਼ਕਤੀ ਵਿੱਚ ਹੈ ਸਭ ਕਰੇਗਾ। ਪਰ ਕੀ ਕੀਤਾ ਜਾਵੇ? ਡੇਡਲਸ ਗੁਫਾ ਦੇ ਪ੍ਰਵੇਸ਼ ਦੁਆਰ ਕੋਲ ਖੜ੍ਹਾ ਸਮੁੰਦਰ ਨੂੰ ਵੇਖਦਾ, ਹੇਠਾਂ ਚੱਟਾਨਾਂ ਤੇ ਲਹਿਰਾਂ ਨੂੰ ਟਕਰਾਉਂਦਾ ਅਤੇ ਚੱਟਾਨ ਦੇ ਉੱਪਰ ਚੱਕਰ ਕੱਟਦੇ ਸੀਗਲਜ਼ ਨੂੰ ਦੇਖਦਾ। ਇਹ ਬਸੰਤ ਸੀ ਅਤੇ ਚੱਟਾਨਾਂ ਦੇ ਆਲ੍ਹਣੇ
ਅੰਡਿਆਂ ਅਤੇ ਚੂਚਿਆਂ ਨਾਲ ਭਰੇ ਹੋਏ ਸਨ। ਇਕਰਸ ਆਪਣੇ ਪਿਤਾ ਦੇ ਕੋਲ ਗਿਆ ਅਤੇ ਹੌਲੀ ਜਿਹੀ ਕਿਹਾ, ਮੈਂ ਉਹਨਾਂ ਬਾਲ ਪੰਛੀਆਂ ਨੂੰ ਈਰਖਾ ਕਰਦਾ ਹਾਂ ਕਿਉਂਕਿ ਉਹਨਾਂ ਦੇ ਖੰਭ ਜਲਦੀ ਮਜ਼ਬੂਤ ਹੋਣਗੇ ਅਤੇ ਉਹ ਇਸ ਦੁਖੀ ਚੱਟਾਨ ਤੋਂ ਉੱਡਣ ਦੇ ਯੋਗ ਹੋਣਗੇ। ਡੇਡਲਸ ਨੇ ਅੱਖਾਂ ਝਪਕੀਆਂ। ਮੁਸਕਰਾਹਟ ਉਸਦੇ ਚਿਹਰੇ 'ਤੇ ਹੌਲੀ-ਹੌਲੀ ਵੱਧ ਰਹੀ ਸੀ। ਉਹ ਚਮਕਦੀਆਂ ਹੋਈਆਂ ਅੱਖਾਂ ਨਾਲ ਇਕਰਸ ਵੱਲ ਮੁੜਿਆ। ਖੈਰ ਫਿਰ, ਮੇਰੇ ਛੋਟੇ ਅਨੁਭਵਹੀਣ, ਅਸੀਂ ਤੁਹਾਡੇ ਖੰਭਾਂ ਨੂੰ ਮਜ਼ਬੂਤ ਬਣਾਉਣ ਲਈ ਸਭ ਤੋਂ ਵਧੀਆ ਕੰਮ ਕਰਨਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਦੂਜਿਆਂ ਨਾਲ ਜਾ ਸਕੋ। ਪਹਿਲਾਂ ਉਸਨੇ ਝਾੜੂ ਬਣਾਉਣ ਲਈ ਚਮੜੇ ਦੇ ਪਤਲੇ ਟੁਕੜੇ ਅਤੇ ਵਧੀਆ ਟਾਹਣੀਆਂ ਦੀ ਵਰਤੋਂ ਕੀਤੀ ਅਤੇ ਇੱਕ ਵੱਡਾ ਜਾਲ ਉਸਨੇ ਚੱਟਾਨ ਦੇ ਵੱਲ ਲਟਕਦੇ ਆਲ੍ਹਣਿਆਂ ਦੇ ਨੇੜੇ ਪਏ ਖੰਭਾਂ ਨੂੰ ਇਕੱਠਾ ਕਰਨ ਲਈ ਇਕਰਸ ਨੂੰ ਦਿੱਤਾ। ਜਦੋਂ ਕਿ ਇਕਰਸ ਖੰਭਾਂ ਵਿੱਚ ਰੁੱਝਿਆ ਹੋਇਆ ਸੀ, ਡੇਡਲਸ ਨੇ ਮਨੁੱਖ ਦੇ ਆਕਾਰ ਦੇ ਖੰਭਾਂ ਦਾ ਢਾਂਚਾ ਬਣਾਉਣ ਲਈ ਹਲਕੀ ਧਾਤ ਦੀਆਂ ਪਤਲੀਆਂ ਤਾਰਾਂ ਦਾ ਇਸਤੇਮਾਲ ਕੀਤਾ। ਉਸਨੇ ਚਮੜੇ ਦੇ ਟੁਕੜਿਆਂ ਨਾਲ ਕਠੋਰਤਾ ਅਤੇ ਪਹਿਨਣ ਵਾਲੇ ਢਾਂਚੇ ਨੂੰ ਫਲੈਪ ਕਰਨ ਲਈ ਅਤੇ ਖੰਭਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਝੁਕਾਉਣ ਲਈ ਚਰਖੀ ਲਗਾਈ। ਫਿਰ ਉਸਨੇ ਉਹ ਖੰਭ ਲਏ ਜੋ ਇਕਰਸ ਨੇ ਇਕੱਠੇ ਕੀਤੇ ਸਨ ਅਤੇ ਮੋਮਬੱਤੀ ਦੇ ਮੋਮ ਦਾ ਇਸਤੇਮਾਲ ਕਰਕੇ ਖੰਭਾਂ ਨੂੰ ਹਲਕੀ ਧਾਤ ਦੇ ਢਾਂਚੇ ਨਾਲ ਜੋੜਨਾ ਸ਼ੁਰੂ ਕੀਤਾ। 2 ਢਾਂਚੇ? ਇਕਰਸ ਨੇ ਖੁਸ਼ੀ ਨਾਲ ਮੁਸਕਰਾਉਂਦਿਆਂ ਹੋਇਆਂ ਆਪਣੇ ਪਿਤਾ ਨੂੰ ਪੁੱਛਿਆ, ਕੀ ਤੁਸੀਂ ਵੀ ਆ ਰਹੇ ਹੋ? ਡੇਡਲਸ ਨੇ ਆਪਣੇ ਪੁੱਤਰ ਨੂੰ ਮੋਢੇ 'ਤੇ ਚੱਕਿਆ ਤੇ ਜਵਾਬ ਦਿੱਤਾ, ਹਾਂ ਪੁੱਤਰ, ਮੈਨੂੰ ਯਾਦ ਕਰਵਾਉਣ ਲਈ ਧੰਨਵਾਦ ਕਿ ਮੇਰੀਆਂ ਸਾਰੀਆਂ ਰਚਨਾਵਾਂ ਵਿੱਚੋਂ ਤੁਸੀਂ ਮੇਰੇ ਲਈ ਵਧੇਰੇ ਮਹੱਤਵਪੂਰਨ ਹੋ। ਮੈਨੂੰ ਅਫਸੋਸ ਹੈ ਕਿ ਸਾਨੂੰ ਦੋਵਾਂ ਨੂੰ ਆਜ਼ਾਦ ਕਰਾਉਣ ਵਿੱਚ ਮੈਨੂੰ ਬਹੁਤ ਲੰਮਾ ਸਮਾਂ ਲੱਗਿਆ ਹੈ। ਉਹਨੇ ਖੰਭਾਂ ਨੂੰ ਇਕੱਤਰ ਕਰਨਾ ਅਤੇ ਉਹਨਾਂ ਨੂੰ ਇੱਕ-ਇੱਕ ਕਰਕੇ ਢਾਂਚੇ ਨਾਲ ਜੋੜਨਾ ਬਹੁਤ ਮਿਹਨਤ ਦਾ ਕੰਮ ਸੀ। ਪਰ ਕੁਝ ਹਫ਼ਤਿਆਂ ਬਾਅਦ, ਜਿੱਦਾਂ ਹੀ ਪਹਿਲੇ ਅਨੁਭਵਹੀਣ ਸੀਗਲਜ਼ ਨੇ ਆਪਣੇ-ਆਪਣੇ ਆਲ੍ਹਣਿਆਂ ਨੂੰ ਛੱਡਣਾ ਸ਼ੁਰੂ ਕੀਤਾ, ਡੇਡਲਸ ਨੇ ਐਲਾਨ ਕੀਤਾ ਕਿ ਖੰਭ ਪੂਰੇ ਹੋ ਗਏ ਹਨ। ਜਿਸ ਦਿਨ ਉਹ ਜਾਣ ਵਾਲੇ ਸਨ, ਡੇਡਲਸ ਨੇ ਇਕਰਸ ਨੂੰ ਆਖਰੀ ਵਾਰ ਭਾਸ਼ਣ ਦਿੱਤਾ, ਪੁੱਤਰ, ਹੁਣ ਯਾਦ ਰੱਖੀਂ, ਜਦੋਂ ਅਸੀਂ ਉੱਡੇ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਮੁੰਦਰ ਦੇ ਬਹੁਤ ਜ਼ਿਆਦਾ ਨੇੜੇ ਉੱਡਣ ਨਾਲ ਲਹਿਰਾਂ ਦੁਆਰਾ ਛਿੜਕਿਆ ਪਾਣੀ ਖੰਭਾਂ ਉੱਤੇ ਪਵੇਗਾ ਅਤੇ ਖੰਭ ਭਾਰੀ ਹੋ ਜਾਣਗੇ। ਸੂਰਜ ਦੇ ਜ਼ਿਆਦਾ ਨੇੜੇ ਉੱਡਣ ਨਾਲ ਮੋਮ ਪਿਘਲ ਜਾਵੇਗਾ ਅਤੇ ਤੁਸੀਂ ਖੰਭ ਗੁਆ ਦੇਵੋਗੇ। ਮੇਰੇ ਰਸਤੇ ਦੀ ਪਾਲਣਾ ਨੇੜਿਓਂ ਕਰਨਾ ਅਤੇ ਤੁਸੀਂ ਠੀਕ ਰਹੋਗੇ। ਇਕਰਸ ਨੇ ਸਿਰ ਹਿਲਾਇਆ ਅਤੇ ਉਤੇਜਿਤ ਹੋ ਕੇ ਆਪਣੀਆਂ ਬਾਹਾਂ ਨੂੰ ਵਿੱਚ ਪਾਇਆ। ਉਸਨੇ ਗੈਰ ਹਾਜ਼ਰੀ ਨਾਲ ਸੁਣਿਆ ਜਿਵੇਂ ਉਸਦੇ ਪਿਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਖੰਭਾਂ ਨੂੰ ਖੋਲ੍ਹ ਕੇ ਹਵਾ ਦੇ ਪ੍ਰਵਾਹ ਨੂੰ ਫੜਨਾ ਹੈ ਅਤੇ ਕਿਸ ਤਰ੍ਹਾਂ ਚਰਖੀ ਨੂੰ ਚਲਾਉਣਾ ਹੈ। ਇੱਕ ਦੂਸਰੇ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਡੇਡਲਸ ਅਤੇ ਇਕਰਸ ਨੇ ਸਮੁੰਦਰ ਦੇ ਉੱਪਰ ਬਣੀ ਗੁਫਾ ਦੇ ਪ੍ਰਵੇਸ਼ ਦੁਆਰ 'ਤੇ ਕਦਮ ਰੱਖਿਆ ਅਤੇ ਆਪਣੇ ਖੰਭਾਂ ਨੂੰ ਜਿੰਨਾ ਫੈਲਾ ਸਕਦੇ ਸਨ ਫੈਲਾਇਆ ਅਤੇ ਇੱਕ ਦੂਸਰੇ ਦੇ ਪਿੱਛੇ ਸਮੁੰਦਰ ਦੇ ਉੱਪਰ ਛਾਲ ਮਾਰੀ, ਜਿਵੇਂ ਕਿ ਇਹ ਉਸ ਲਈ ਇੰਤਜ਼ਾਰ ਕਰ ਰਹੀ ਸੀ। ਹਵਾ ਨੇ ਇਕਰਸ ਦੇ ਖੰਭਾਂ ਨੂੰ ਲਗਭਗ ਤੁਰੰਤ ਫੜ ਲਿਆ ਅਤੇ ਉਹ ਅੱਗੇ ਵਧ ਗਿਆ। ਓਹ, ਕਿੰਨੀ ਆਜ਼ਾਦੀ! ਇਕਰਸ ਨੇ ਆਪਣਾ ਸਿਰ ਪਿੱਛੇ ਸਿੱਟ ਕੇ ਹੱਸਿਆ। ਜਦੋਂ ਹੈਰਾਨ ਹੋਏ ਸੀਗਲਜ਼ ਜਲਦੀ ਉਸ ਕੋਲੋਂ ਲੰਘੇ ਅਤੇ ਫਿਰ ਪਿੱਛੇ ਝੁਕੇ ਆਵਾਜ਼ਾਂ ਰਾਹੀਂ ਚੇਤਾਵਨੀ ਦੇਣ ਲੱਗੇ, ਜਦੋਂ ਉਹ ਚੱਟਾਨਾਂ ਦੇ ਕੋਲ ਬਣੇ ਆਲ੍ਹਣਿਆਂ ਕੋਲ ਆਇਆ, ਡੇਡਲਸ ਆਪਣੇ ਪੁੱਤਰ 'ਤੇ ਚੀਕਿਆ ਕਿ ਉਹ ਧਿਆਨ ਨਾਲ ਰਹੇ, ਪੰਛੀਆਂ ਨਾਲ ਖੇਡਣਾ ਬੰਦ ਕਰੇ ਅਤੇ ਕੁਝ ਦੂਰੀ 'ਤੇ ਇੱਕ ਟਾਪੂ ਦੇ ਕਿਨਾਰੇ ਵੱਲ ਉਸਦੀ ਪਾਲਣਾ ਕਰੇ। ਪਰ ਇਕਰਸ ਬਹੁਤ ਜ਼ਿਆਦਾ ਮਸਤੀ ਕਰ ਰਿਹਾ ਸੀ। ਉਹ ਹਮੇਸ਼ਾ ਆਪਣੇ ਪਿਤਾ ਦੀ ਪਾਲਣਾ ਕਰਕੇ, ਹਮੇਸ਼ਾ ਉਸਦੇ ਨਾ ਮੁੱਕਣ ਵਾਲੇ ਭਾਸ਼ਣਾਂ ਨੂੰ ਸੁਣ ਕੇ ਥੱਕ ਚੁੱਕਾ ਸੀ। ਉਹ ਆਪਣੀ ਅਚਾਨਕ ਮਿਲੀ ਆਜ਼ਾਦੀ ਨੂੰ ਲੈ ਕੇ ਖੁਸ਼ ਸੀ। ਉਹ ਸਮੁੰਦਰ ਦੇ ਬਹੁਤ ਉੱਪਰ ਹਵਾ ਦੇ ਪ੍ਰਵਾਹ ਨਾਲ ਉੱਚਾ ਉੱਡਦੇ ਸੀਗਲਜ਼ ਨੂੰ ਦੇਖਦੇ ਹੋਏ ਆਪਣੇ ਆਪ ਸੋਚ ਰਿਹਾ ਸੀ, ਧਿਆਨ ਨਾਲ, ਵਾਹ! ਪੰਛੀ ਤਾਂ ਧਿਆਨ ਨਾਲ ਨਹੀਂ ਹਨ, ਉਹ ਖੁਸ਼ ਹਨ, ਉਹ ਆਜ਼ਾਦ ਹਨ। ਓਹ, ਇਹ ਕਿੰਨਾ ਸ਼ਾਨਦਾਰ ਸਾਹਸ ਹੈ! ਸੂਰਜ ਕਿੰਨਾ ਗਰਮ ਹੈ ਅਤੇ ਮੇਰੇ ਖੰਭਾਂ 'ਤੇ ਹਵਾ ਦੇ ਬੁੱਲੇ ਇਸ ਤਰ੍ਹਾਂ ਲੱਗ ਰਹੇ ਹਨ ਜਿਵੇਂ ਹਵਾ ਵੀ ਖੁਸ਼ ਹੋਵੇ ਕਿ ਆਖਿਰਕਾਰ ਮੈਂ ਆਜ਼ਾਦ ਹੋ ਗਿਆ। ਮੈਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਇੰਨੇ ਸਾਲਾਂ ਤੋਂ ਉਸ ਠੰਡੀ ਗਿੱਲੀ ਗੁਫਾ ਵਿੱਚ ਫਸਿਆ ਰਿਹਾ ਹਾਂ। ਅਤੇ ਉਹ ਸੀਗਲਜ਼ ਦੇ ਪਿੱਛੇ ਆਸਮਾਨ ਵਿੱਚ ਉੱਪਰ ਹੀ ਉੱਪਰ ਚਲਾ ਗਿਆ। ਨਹੀਂ ਇਕਰਸ, ਰੁਕ ਜਾਓ! ਡੇਡਲਸ ਚੀਕਿਆ।
ਮੋਮ ਜ਼ਿਆਦਾ ਗਰਮ ਹੋ ਕੇ ਪਿਘਲ ਜਾਵੇਗਾ। ਜ਼ਿਆਦਾ ਉੱਚਾ ਨਹੀਂ, ਜ਼ਿਆਦਾ ਉੱਚਾ ਨਹੀਂ। ਆਪਣੇ ਪਿਤਾ ਦੀਆਂ ਚੇਤਾਵਨੀਆਂ ਨੂੰ ਸੁਣਨ ਲਈ ਇਕਰਸ ਬਹੁਤ ਦੂਰ ਸੀ, ਜਾਂ ਉਹ ਆਪਣੇ ਖੁਸ਼ੀ ਭਰੇ ਉਤਸ਼ਾਹਿਤ ਵਿਚਾਰਾਂ ਵਿੱਚ ਗੁਆਚਾ ਸੀ। ਜਿਵੇਂ ਹੀ ਉਹ ਅਜੇ ਵੀ ਹੋਰ ਉੱਚਾ ਉੱਡਿਆ, ਉਸਨੇ ਆਪਣੀ ਬਾਂਹ ਤੋਂ ਹੇਠਾਂ ਨਿੱਘੇ ਮੋਮ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ ਅਤੇ ਖੰਭਾਂ ਨੂੰ ਉਸਦੇ ਆਲੇ ਦੁਆਲੇ ਬਰਫ਼ਬਾਰੀ ਦੀ ਤਰ੍ਹਾਂ ਡਿੱਗਦੇ ਵੇਖਿਆ। ਆਪਣੇ ਪਿਤਾ ਦੇ ਭਾਸ਼ਣ ਨੂੰ ਯਾਦ ਕਰਦਿਆਂ ਇਕਰਸ ਨੂੰ ਆਪਣੀ ਗਲਤੀ ਦਾ ਅਹਿਸਾਸ ਦਹਿਸ਼ਤ ਨਾਲ ਮਹਿਸੂਸ ਕੀਤਾ। ਉਸਨੇ ਆਪਣੇ ਖੰਭਾਂ ਨੂੰ ਸਮੁੰਦਰ ਵੱਲ ਮੋੜਨ ਲਈ ਚਰਖੀ ਨੂੰ ਚਲਾਉਣਾ ਸ਼ੁਰੂ ਕੀਤਾ, ਪਰ ਜਿਵੇਂ ਹੀ ਉਸਨੇ ਅਜਿਹਾ ਕੀਤਾ, ਉਸਨੇ ਵੇਖਿਆ ਕਿ ਹੋਰ ਖੰਭ ਖਿਸਕ ਰਹੇ ਹਨ ਅਤੇ ਉਹ ਆਪਣੀ ਮਰਜ਼ੀ ਤੋਂ ਕਿਤੇ ਵੱਧ ਜਲਦੀ ਨਾਲ ਉਚਾਈ ਤੋਂ ਡਿੱਗਣ ਲੱਗਾ। ਚਰਖੀ ਨੂੰ ਹੋਰ ਤੇਜ਼ੀ ਨਾਲ ਕੰਮ ਕਰਦੇ ਹੋਏ ਉਸਨੇ ਆਪਣੇ ਡਿੱਗਣ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕਰਦਿਆਂ ਉਸਨੇ ਖੰਭ ਫੈਲਾ ਦਿੱਤੇ, ਪਰ ਉਹ ਜਿੰਨਾ ਜ਼ਿਆਦਾ ਖੰਭ ਫੜਫੜਾਉਂਦਾ, ਓਨੇ ਹੀ ਜ਼ਿਆਦਾ ਖੰਭ ਉਸਦੇ ਢਾਂਚੇ ਤੋਂ ਵੱਖ ਹੁੰਦੇ। ਡੇਡਲਸ ਦਹਿਸ਼ਤ ਨਾਲ ਇਹ ਦੇਖ ਰਿਹਾ ਸੀ। ਇਕਰਸ ਆਪਣੀਆਂ ਬਾਹਾਂ ਦੇ ਨਾਲ ਸਾਵਧਾਨੀ ਨਾਲ ਚਰਖੀ ਚਲਾਉਂਦਿਆਂ ਸਮੁੰਦਰ ਵੱਲ ਵਧ ਰਿਹਾ ਸੀ। ਜਦੋਂ ਉਸਨੇ ਅਖੀਰ ਵਿੱਚ ਪਾਣੀ ਨੂੰ ਟੱਕਰ ਮਾਰੀ, ਕੋਈ ਖੰਭ ਜੁੜਿਆ ਨਹੀਂ ਸੀ। ਡੇਡਲਸ ਜਿੰਨੀ ਜਲਦੀ ਹੋ ਸਕੇ ਸਮੁੰਦਰ ਤੱਟ ਦੇ ਨੇੜੇ ਉਤਰਿਆ ਜਿੱਥੇ ਇਕਰਸ ਡਿੱਗਿਆ ਸੀ, ਪਰ ਲਹਿਰਾਂ ਉੱਪਰ ਤੈਰਦੇ ਖੰਭ ਹੀ ਉਸਦੇ ਬੇਚਾਰੇ ਬੱਚੇ ਦੀ ਇੱਕੋ ਇੱਕ ਨਿਸ਼ਾਨੀ ਸੀ। ਉਹ ਰੇਤ ਨਾਲ ਕੁਚਲਿਆ ਉਸਦੇ ਹੱਥ ਵਿੱਚ ਉਸਦਾ ਚਿਹਰਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਸਦਾ ਬੇਟਾ ਮਰ ਗਿਆ ਸੀ। ਬਹੁਤ ਮਹੀਨਿਆਂ ਬਾਅਦ ਜਦੋਂ ਡੇਡਲਸ ਆਪਣੇ ਗਮ ਤੋਂ ਉੱਭਰਨਾ ਸ਼ੁਰੂ ਹੋਇਆ, ਤਾਂ ਆਪਣੇ ਪੁੱਤਰ ਦੀ ਯਾਦ ਵਿੱਚ ਉਸ ਟਾਪੂ ਦਾ ਨਾਮ ਇਕੇਰੀਆ ਰੱਖਿਆ। ਜਿਸ ਸਮੁੰਦਰੀ ਤੱਟ 'ਤੇ ਉਹ ਉਤਰਿਆ ਸੀ, ਉੱਥੇ ਉਸਨੇ ਸੂਰਜ ਦੇਵਤਾ ਅਪੋਲੋ ਦੇ ਨਾਮ 'ਤੇ ਇੱਕ ਮੰਦਰ ਬਣਾਇਆ ਅਤੇ ਆਪਣੇ ਬਣਾਏ ਹੋਏ ਖੰਭ ਅੰਦਰ ਟੰਗੇ ਅਤੇ ਕਦੇ ਨਾ ਉੱਡਣ ਦੀ ਕਸਮ ਖਾਧੀ।